ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਭਗਤ ਕਬੀਰ ਜੀਓ ਕੇ। ਕਬੀਰ ਹਰਦੀ ਪ੍ਰੀਤਨ ਹਰੈ, ਚੂਨ ਚਿੰਨ ਨ ਰਹਾਏ। ਬਲਿਹਾਰੀ ਇਹ ਪ੍ਰੀਤ ਕੋ, ਜਹ ਜਾਤ ਵਰਨ ਕੁਲ ਜਾਏ। ਕਬੀਰ ਹਰਦੀ ਪ੍ਰੀਤਨ ਹਰੈ, ਚੂਨ ਚਿੰਨ ਨ ਰਹਾਏ। ਬਲਿਹਾਰੀ ਇਹ ਪ੍ਰੀਤ ਕੋ, ਜਹ ਜਾਤ ਵਰਨ ਕੁਲ ਜਾਏ। ਪਿਛਲਾ ਸ਼ਲੋਕ ਸੀ ਭਗਤ ਜੀ ਦਾ, ਦੂਜਾ ਵੀ ਇਹਦੇ ਨਾਲ ਹੀ ਮਿਲਾ ਕੇ ਸਮਝਾ ਰਹੇ ਨੇ। ਭਗਤ ਜੀ ਕੀ ਸਮਝਾਉਂਦੇ ਨੇ? ਜਿਵੇਂ ਆਪਾਂ ਪਿੱਛੇ ਵਿਚਾਰਿਆ, ਮਨ ਬੁੱਧੀ ਜੋ ਸੰਸਾਰ ਨਾਲ ਜੁੜੇ ਰਹਿੰਦੇ ਆ, ਉਹ ਕਾਲਵਸ ਨੇ। ਜੋ ਅੰਤਰਾਤਮਾ ਦੀ ਆਵਾਜ਼ ਹੈ, ਉਜਲ ਸਤਿਗੁਰ, ਉਹ ਹੁਕਮ ਨਾਲ ਜੁੜਿਆ ਹੈ। ਜਦ ਤੱਕ ਇੱਕ ਨਹੀਂ ਹੁੰਦੇ, ਹੁਕਮ ਦਾ ਦਰਸ਼ਨ ਨਹੀਂ ਹੁੰਦਾ। ਇੱਕ ਹੋਣ ਦਾ ਬਾਣੀ ਆਪਾਂ ਨੂੰ ਗਿਆਨ ਕਰਾਉਂਦੀ ਹੈ। ਜਾ ਜੁਗ ਮੇ ਇੱਕ ਕੋ ਆਇਆ, ਜਨਮਤ ਮੋਇਆ ਮੋਹਣੀ ਮਾਇਆ। ਮਾਇਆ ਨੇ ਮੋਹ ਲਿਆ। ਮਾਇਆ ਤੋਂ ਬਾਅਦ ਫਿਰ ਇੱਕ ਹੁੰਦਾ ਹੈ। ਇੱਕ ਦਾ ਰੂਪ ਕੀ ਹੁੰਦਾ ਹੈ? ਸਰੀਰ ਤਾਂ ਆਮ ਲੋਕਾਂ ਵਰਗਾ ਹੀ ਹੁੰਦਾ ਹੈ। ਭਗਤ ਰਵਿਦਾਸ ਜੀ ਦਾ ਆਪਾਂ ਸ਼ਬਦ ਲੈ ਲਈਏ, ਬਿਲਾਵਲ। ਜਹ ਕੁਲ ਸਾਧ ਵੈਸ ਨੂੰ ਹੋਏ, ਵਰਨ ਅਵਰਨ ਰੰਕ ਨਹੀਂ ਈਸ਼ਵਰ। ਬਿਮਲ ਵਾਸ ਜਾਨੀਏ ਜਗ ਸੋਏ। ਜਗ 'ਚ ਰਹਿੰਦਾ ਹੋਇਆ ਵੀ ਵਰਨ ਅਵਰਨ ਭਾਵ ਸਰੀਰ ਤੋਂ ਰਹਿਤ, ਸੰਸਾਰ ਦੀਆਂ ਮੱਤਾਂ ਸਰੀਰ ਨੂੰ ਪੂਰਨ ਮੰਨਦੀਆਂ ਨੇ, ਸਰੀਰ ਨੂੰ ਸਤਿਗੁਰ ਕਹਿੰਦੀਆਂ ਨੇ, ਧਰਮ ਗੁਰੂ ਵੀ ਕਹਿੰਦੇ ਆ, ਸੰਤ ਵੀ ਕਹਿੰਦੇ ਆ, ਬ੍ਰਹਮ ਗਿਆਨੀ ਵੀ ਕਹਿੰਦੇ ਆ। ਪਰ ਉਹਨਾਂ ਨੂੰ ਗਿਆਨ ਨਹੀਂ ਹੁੰਦਾ, ਮੰਨ ਲੈਂਦੇ ਨੇ, ਅਗਿਆਨੀ ਨੇ ਵਿਚਾਰੇ। ਦੱਸਣ ਵਾਲੇ ਨੂੰ ਗਿਆਨ ਨਹੀਂ ਹੈਗਾ ਤਾਂ ਸੁਣਨ ਵਾਲੇ ਨੂੰ ਕਿਵੇਂ ਹੋਊਗਾ? ਇੱਥੇ ਜਿਹੜੀ ਆਪਾਂ ਨੂੰ ਸਾਧ ਬਾਰੇ ਬਾਣੀ ਸਮਝਾ ਰਹੀ ਹੈ, ਉਹ ਆਪਣੀ ਅੱਖਾਂ ਕੰਨਾਂ ਦਾ ਵਿਸ਼ਾ ਨਹੀਂ ਹੈਗਾ। ਜੇ ਸਰੀਰ ਹੀ ਸਾਧ ਹੈ ਤਾਂ ਪ੍ਰਹਲਾਦ ਭਗਤ ਜੀ ਦਾ ਪਿਤਾ ਜੀ ਕਿਉਂ ਝਗੜਾ ਕਰਦਾ ਰਿਹਾ, ਵਾਦ ਵਿਵਾਦ ਕਰਦਾ ਰਿਹਾ? ਨਾਮਦੇਵ ਜੀ ਨਾਲ ਰਾਜੇ ਨੇ ਕਿਉਂ ਇਹ ਪ੍ਰਸੰਗ ਦੇ ਵਿੱਚ ਐਸਾ ਕੁਝ ਕੀਤਾ? ਫਿਰ ਬਾਅਦ 'ਚ ਮੂੰਹ ਦੀ ਖਾਣੀ ਪਈ ਉਹਨੂੰ। ਕਬੀਰ ਜੀ ਨਾਲ ਵੀ ਇਹੀ ਹੋਇਆ। ਅਤੇ ਫਿਰ ਆਪਾਂ ਕਿਵੇਂ ਸਮਝਾਂਗੇ? ਗੁਰ ਸ਼ਬਦ ਦੇ ਗਿਆਨ ਨਾਲ। ਸਾਧ ਕੀ ਹੁੰਦਾ ਹੈ? ਸਾਧ ਸਰੀਰ ਤੋਂ ਪਰੇ ਹੁੰਦਾ ਹੈ। ਸਾਧ ਕੀ ਉਪਮਾ ਤ੍ਰਹਿ ਗੁਣ ਤੇ ਦੂਰ, ਸੁਖਮਨੀ ਸਾਹਿਬ 'ਚ ਹੈ। ਤਿੰਨ ਲੋਕਾਂ ਤੋਂ ਪਰੇ ਹੁੰਦਾ। ਤਿੰਨ ਲੋਕਾਂ ਦੀ ਉਹਦੇ ਅੰਦਰ ਇੱਛਾ ਹੀ ਨਹੀਂ ਹੁੰਦੀ। ਵਰਨ ਅਵਰਨ ਹੁੰਦਾ, ਉਹ ਦੋਨਾਂ ਤੋਂ ਮੁਕਤ। ਉਹੀ ਭਗਤ ਜੀ ਸਮਝਾਉਂਦੇ ਨੇ। ਹਰਦੀ ਪ੍ਰੀਤਨ ਹਰੈ, ਚੂਨ ਚਿੰਨ ਨ ਰਹਾਏ। ਝੋਨੇ ਦਾ ਰੰਗ ਵੀ ਨਹੀਂ ਰਹਿੰਦਾ, ਹਲਦੀ ਦਾ ਵੀ ਨਹੀਂ ਰਹਿੰਦਾ, ਨਾ ਚਿੱਟਾ ਨਾ ਪੀਲਾ। ਕਿਉਂਕਿ ਪਿੱਛੇ ਜੋ ਵੀ ਪ੍ਰਚਲਿਤ ਮੱਤਾਂ ਸੀ, ਧਰਮ ਕਰਮ ਮੰਨਦੀਆਂ, ਸਰੀਰ ਕਰਕੇ, ਸਰੀਰ ਨਾਲ ਜੁੜਿਆਂ ਕਰਕੇ ਉਹਨਾਂ ਨੇ ਆਪਦੇ ਰੱਬ ਬਣਾ ਲਏ। ਬੱਗਾ ਰੱਤਾ, ਕਾਲਾ, ਪੀਲਾ, ਇਹ ਚਾਰੇ ਉਹਨਾਂ ਨੇ ਆਪਦੇ ਜਿਹੜੇ ਸੀਗੇ ਭੇਖ ਦੇ ਨਾਲ ਜੋੜ ਕੇ ਆਪਦੇ ਬੰਦੇ ਨੂੰ ਰੱਬ ਕਰਕੇ ਪ੍ਰਚਾਰਿਆ। ਕਿੱਡੀ ਕਿ ਸਿਆਣਪ ਹੈ। ਫਿਰ ਕੁਦਰਤਾਂ ਸਾਡੀ ਮਨਬੁੱਧੀ ਦੀ ਪਕੜ ਤੋਂ ਹੀ ਪਰੇ ਆ। ਕੁਦਰਤ ਨੂੰ ਜਾਣੂ ਕੌਣ? ਵਰਨ ਅਵਰਨ ਰੰਕ ਨਹੀਂ ਈਸ਼ਵਰ। ਬਿਮਲ ਵਾਸ ਜਾਨੀਏ ਜਗ ਸੋਏ। ਜੋ ਮਨਬੁੱਧੀ ਤਿਆਗ ਕਰਕੇ ਆਪਣੀ ਹੋਂਦ ਖਤਮ ਕਰ ਦਿੰਦੇ ਨੇ, ਸੰਸਾਰ ਨਾਲ ਉਹਨਾਂ ਨੂੰ ਕੋਈ ਲਿੰਕ ਹੀ ਨਹੀਂ ਰਹਿੰਦਾ, ਕੁਦਰਤ ਦੇ ਹੁਕਮ 'ਤੇ ਰਹਿੰਦੇ ਨੇ, ਉਹ ਆ ਸਾਧ ਭਾਈ। ਇਹ ਸਾਧ ਕਾ ਮਾਰਗ ਹੈ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੁਬੜ ਭਾਗੀ ਪਾਵੇ। ਇਹ ਦੋਨੇ ਵਰਨ ਖਤਮ ਹੋ ਜਾਂਦੇ। ਬਲਿਹਾਰੀ ਇਹ ਪ੍ਰੀਤ ਕੋ, ਜਹ ਜਾਤ ਵਰਨ ਕੁਲ ਜਾਏ। ਜਾਤ ਸਰੀਰ, ਉੱਚੀ ਜਾਤੀ, ਕੁੱਲ ਆਪਦੀ ਮਤ ਖਤਮ। ਫਿਰ ਕੀ ਹੈ? ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲਗਾਵੇ ਪਾਰ। ਸ਼ਬਦ ਦੀ ਵਿਚਾਰ ਨਾਲ ਜੁੜ ਕੇ ਮਾਇਆ ਪਾਰ ਕਰ ਜਾਂਦੇ ਨੇ। ਵਰਨ ਵਰਨ ਉਹ ਹੈ ਸੰਤ ਭਾਈ। ਸਰੀਰ ਕਰਕੇ ਨਹੀਂ, ਆਤਮਾ ਕਰਕੇ। ਉਹ ਮਾਇਆ ਤੋਂ ਪਰੇ ਹੈ। ਸੰਸਾਰ ਕੀ ਹੈ? ਰਜਗੁਣ ਸਤਗੁਣ ਤਮਗੁਣ ਕਹੀਏ, ਇਹ ਸਭ ਤੇਰੀ ਮਾਇਆ। ਚੌਥੇ ਪਦ ਕੋ ਜੋ ਨਰ ਚੀਨੇ, ਤਿਨ ਹੀ ਪਰਮ ਪਦ ਪਾਇਆ। ਜੋ ਚੌਥੇ ਚਲੇ ਜਾਂਦਾ ਉਹ ਅਸਾਧ।
ਉਹ ਸਾਧ ਲੋਕ ਪਹੁੰਚਦਾ ਵਾ, ਸੰਤ ਲੋਕ ਕਹਿ ਲਓ, ਦੇਵ ਲੋਕ ਕਹਿ ਲਓ, ਧਿਆਨ ਕਰਕੇ। ਸਰੀਰ ਕਰਕੇ ਤਾਂ ਇੱਥੇ ਹੀ ਹੁੰਦਾ ਵਾ। ਪਿੱਛੇ ਵੀ ਆਪਾਂ ਵਿਚਾਰਿਆ, ਸੁਖਮਨੀ ਸਾਹਿਬ ਸਤਿਗੁਰਾਂ ਦੇ ਵਚਨ ਨੇ, ਕਿਵੇਂ ਰਹਿੰਦੇ ਨੇ ਉਹ ਗੁਰਸਿੱਖ ਸੰਤ। ਸਗਲ ਸੰਗ ਆਤਮ ਉਦਾਸ, ਐਸੀ ਜੁਗਤ ਨਾਨਕ ਰਾਮਦਾਸ। ਇਹ ਵੀ ਸਲੋਕ ਆਪਾਂ ਨੂੰ ਭਗਤ ਜੀ ਨੇ ਉਹੀ ਸਮਝਾਇਆ ਵੀ ਜਿਵੇਂ ਚੂਨਾ ਔਰ ਹਲਦੀ ਆਪਦਾ ਰੂਪ ਛੱਡ ਦਿੰਦੀ ਹੈ, ਚੂਨਾ ਆਪਦਾ ਰੂਪ ਛੱਡ ਦਿੰਦਾ, ਇੱਕ ਹੋ ਜਾਂਦੇ ਨੇ। ਇਵੇਂ ਉਹ ਗੁਰਸਿੱਖ ਇਹ ਗੁਰਸ਼ਬਦ ਨਾਲ ਜੁੜ ਕੇ ਬਲਿਹਾਰੀ ਇਹ ਪ੍ਰੀਤ ਕੋ, ਜਿਨ੍ਹਾਂ ਨੂੰ ਇਹ ਪ੍ਰੀਤ ਪਿਆਰੀ ਲੱਗੀ, ਭਗਤ ਜੀ ਕਹਿੰਦੇ ਮੈਂ ਬਲਿਹਾਰੀ ਜਾਂਦਾ ਉਹਨਾਂ ਤੋਂ ਜਿਹਦੇ ਨਾਲ ਉਹ ਆਪਦੀ ਹੋਂਦ ਖਤਮ ਕਰ ਦਿੰਦੇ ਨੇ। ਜੇ ਹੋਂਦ ਆ ਤਾਂ ਭਾਈ ਸੰਸਾਰ ਜੰਮਣ ਮਰਨ ਵੀ ਹੈਗਾ ਫਿਰ। ਤਜ ਆਪ ਮਿਟੇ ਸੰਤਾਪ, ਆਪ ਨਾ ਜਣਾਈਏ। ਕਿਤੇ ਵੀ ਜਾਣਾ ਹੈ ਗੁਰ ਕੇ ਚਰਨ ਬਾਣੀ ਦਾ ਜਸ ਕਰਨਾ ਹੈ, ਆਪਾਂ ਨਹੀਂ ਮੂਹਰੇ ਰੱਖਣਾ, ਆਪਾਂ ਤਾਂ ਖਤਮ ਕਰਨਾ ਵਾ। ਉਹੀ ਤਾਂ ਭਗਤੀ ਹੈ, ਉਹੀ ਤਾਂ ਤਿਆਗ ਹੈ ਭਾਈ। ਆਓ ਸਾਰੇ ਮਿਲ ਕੇ ਆਪਾਂ ਵੀ ਇਹ ਵਿਚਾਰਦੇ ਰਹੀਏ, ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ, ਸਾਨੂੰ ਵੀ ਇਹ ਪ੍ਰਾਪਤੀ ਹੋਵੇ, ਅਸੀਂ ਵੀ ਆਪਦੀ ਇਹ ਹੋਂਦ ਖਤਮ ਕਰਕੇ ਕਾਲ ਤੋਂ ਮੁਕਤ ਹੋ ਕੇ ਆਪਦੇ ਘਰ ਪਹੁੰਚੀਏ। ਨਿਰੰਕਾਰ ਕੇ ਦੇਸ਼ ਜਾਏ ਤਾਂ ਸੁਖ ਲਹੇ ਮਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।